ਸਵਾਸ ਸਵਾਸ ਰੱਬ ਨੂੰ ਚੇਤੇ ਕਰਨਾ ਸੀ, ਪਰ ਰੱਬ ਨੂੰ ਸਵਾਸ ਸਵਾਸ ਚੇਤੇ ਕਰਨ ਦੀ ਥਾਂ ਇਹ ਸਵਾਸ ਸਵਾਸ ਮਾਇਆ ਨੂੰ ਹੀ ਚੇਤੇ ਕਰ ਰਿਹਾ। ਆਮ ਤੌਰ ਤੇ ਧਰਮ ਦੀ ਦੁਨੀਆ ਵਿੱਚ ਬਹੁਤ ਸੱਜਣ ਇਹ ਭੁਲੇਖਾ ਖਾ ਬੈਠੇ ਕਿ ਵੀ ਇਸਤਰੀ ਪਰਿਵਾਰ ਇਹ ਮਾਇਆ ਹੈ, ਇਸ ਕਰਕੇ ਇਹਨੂੰ ਛੱਡ ਦੇਣਾ ਹੈ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਮਾਇਆ ਅਸਲ ਦੇ ਵਿੱਚ ਹੈ ਕੀ ਸੱਚਮੁੱਚ ਹਰ ਵਾਰ ਇਸਤਰੀ ਮਾਇਆ ਹੀ ਹੁੰਦੀ ਹੈ? ਕਿ ਪੁੱਤਰ ਧੀਆਂ ਮਾਇਆ ਹੀ ਹੁੰਦੀਆਂ ਨੇ? ਕਿ ਪਰਿਵਾਰ ਤੇ ਧਨ ਦੌਲਤ ਮਾਇਆ ਹੀ ਹੈ? ਬੰਦਾ ਜਿਹੜਾ ਰੱਬ ਦੀ ਵੀ ਵਿਚਾਰ ਕਰ ਰਿਹਾ ਉਹ ਵੀ ਮਾਇਆ ਵੀ ਹੋ ਸਕਦਾ ਹੈ, ਕਿਉਂਕਿ ਜੇ ਰੱਬ ਦੀ ਵਿਚਾਰ ਕਰਦਿਆਂ ਰੱਬ ਹੀ ਭੁੱਲ ਗਿਆ ਤੇ ਉਹ ਰੱਬ ਦੀ ਵਿਚਾਰ ਵੀ ਮਾਇਆ ਬਣ ਜਾਂਦੀ ਹੈ। ਗੱਲ ਧਿਆਨ ਰੱਖਿਓ। ਕੋਈ ਕਥਾ ਵੀ ਕਰ ਰਿਹਾ ਹੈ, ਰੱਬ ਦੀ ਵਿਚਾਰ ਵੀ ਕਰ ਰਿਹਾ ਤੇ ਧਿਆਨ ਦੇ ਵਿੱਚ ਬਸ ਇਹੀ ਆ ਰਿਹਾ ਵੀ ਮੈਂ ਤਾਂ ਫਲਾਣੇ ਪ੍ਰਚਾਰਕ ਨੂੰ ਹੀ ਜਵਾਬ ਦੇ ਰਿਹਾ। ਸ਼ਾਗਿਰਦੇ ਨਾਨਕ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸੋ ਕਹੋ ਅਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੋੜੀ ਮਹੱਲਾ ਨਾਵਾਂ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ, ਅਹਨਸ ਮਗਨ ਰਹਿ ਮਾਇਆ ਮੈਂ। ਕਹੋ ਕੈਸੇ ਗੁਣ ਗਾਵੈ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ, ਅਹਨਸ ਮਗਨ ਰਹਿ ਮਾਇਆ ਮੈਂ। ਕਹੋ ਕੈਸੇ ਗੁਣ ਗਾਵੈ। ਰਹਾਉ ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਦਾਵੈ। ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜਗ, ਦੇਖ ਤਾਸ ਉਠਤਾਵੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ,
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲੜੀਵਾਰ ਬਚਨਾਂ ਦੀ ਵਿਚਾਰ ਕਰਦਿਆਂ ਅੱਜ ਗੌੜੀ ਰਾਗ ਦੇ ਅੰਦਰ ਆਪ ਜੀ ਦੇ ਤੀਸਰੇ ਸ਼ਬਦ ਦੀ ਵਿਚਾਰ ਕਰਨੀ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਜੋ ਸਾਨੂੰ ਰਹਾਉ ਦੀ ਤੁਕ ਬਖਸ਼ੀ ਹੈ। ਮਹਾਰਾਜ ਕਹਿੰਦੇ ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੈ, ਅਹਨਿਸ ਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ। ਇੱਥੇ ਸਤਿਗੁਰੂ ਜੀ ਨੇ ਉਸ ਮਨੁੱਖ ਦਾ ਜ਼ਿਕਰ ਕੀਤਾ ਹੈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹਤਾ ਦੇ ਵਿੱਚ ਨਹੀਂ ਜੁੜਿਆ, ਪਰਮਾਤਮਾ ਦੇ ਗੁਣ ਨਹੀਂ ਗਾਉਂਦਾ। ਤੇ ਮਹਾਰਾਜ ਕਹਿੰਦੇ ਗਾਵੇ ਵੀ ਕਿਵੇਂ, ਮਾਇਆ ਦੇ ਵਿੱਚ ਤਾਂ ਗਲਤਾਨ ਰਹਿੰਦਾ ਹੈ। ਤੋ ਅੱਜ ਇਸ ਵਿਚਾਰ ਦੇ ਵਿੱਚ ਆਪਾਂ ਇਹ ਸਮਝਣਾ ਹੈ ਵੀ ਮਾਇਆ ਕੀ ਹੈ, ਕਿਹੜੀ ਚੀਜ਼ ਮਾਇਆ ਬਣਦੀ ਹੈ ਤੇ ਕਿਵੇਂ ਫਿਰ ਇਹ ਮਨੁੱਖ ਜਿਹੜਾ ਹੈ ਮਾਇਆ ਦੇ ਵਿੱਚ ਗਲਤਾਨ ਰਹਿ ਕੇ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ। ਇਹਦੀ ਵਿਚਾਰ ਅੱਜ ਆਪਾਂ ਕਰਨੀ ਹੈ। ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਆਓ ਸਤਿਗੁਰਾਂ ਦੀ ਬਖਸ਼ੀ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਅੱਜ ਇਸ ਪਾਵਨ ਬਚਨ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਪ੍ਰਾਨੀ ਕਉ। ਪ੍ਰਾਨੀ ਦਾ ਵੈਸੇ ਅੱਖਰੀ ਅਰਥ ਹੁੰਦਾ ਹੈ ਜਿਹਦੇ ਪ੍ਰਾਣ ਚੱਲਦੇ ਨੇ, ਸਵਾਸ ਚੱਲਦੇ ਨੇ। ਇਹਦਾ ਭਾਵਕ ਅਰਥ ਇੱਥੇ ਅੱਜ ਆਪਾਂ ਲਵਾਂਗੇ ਮਨੁੱਖ, ਇਨਸਾਨ। ਪ੍ਰਾਨੀ ਕਉ ਹਰ ਜਸ ਤੋਂ ਭਾਵ ਪਰਮਾਤਮਾ ਦੀ ਸਿਫਤ ਮਨ ਨਹੀਂ ਆਵੇ, ਮਨ ਦੇ ਵਿੱਚ ਲੈ ਕੇ ਨਹੀਂ ਆਉਂਦਾ। ਮਨੁੱਖ ਜਿਹੜਾ ਹੈ ਉਹ ਪਰਮਾਤਮਾ ਦੀ ਸਿਫਤ ਨੂੰ ਮਨ ਦੇ ਵਿੱਚ ਚੇਤੇ ਨਹੀਂ ਕਰਦਾ, ਧਿਆਨ ਵਿੱਚ ਨਹੀਂ ਲੈ ਕੇ ਆਉਂਦਾ, ਉਹਦੇ ਗੁਣ ਨਹੀਂ ਗਾਉਂਦਾ। ਤੇ ਫਿਰ ਮਹਾਰਾਜ ਕਹਿੰਦੇ ਨੇ ਅਹਨਿਸ ਮਗਨ ਰਹਿ ਮਾਇਆ ਮੈਂ। ਇਹ ਤੋਂ ਭਾਵ ਦਿਨ, ਨਿਸ ਦਾ ਅਰਥ ਹੁੰਦਾ ਹੈ ਰਾਤ। ਅਹਨਿਸ ਮਗਨ ਰਹਿ ਮਾਇਆ ਮੈਂ, ਦਿਨ ਤੇ ਰਾਤ ਇਹ ਮਨੁੱਖ ਜਿਹੜਾ ਹੈ ਮਾਇਆ ਦੇ ਵਿੱਚ ਗਲਤਾਨ ਰਹਿੰਦਾ ਹੈ। ਕਹੋ ਕੈਸੇ ਗੁਣ ਗਾਵੈ, ਮਾਇਆ ਵਿੱਚ ਗਲਤਾਨ ਰਹਿ ਕੇ ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ। ਮਹਾਰਾਜ ਕਹਿੰਦੇ ਜਿਹੜਾ ਬੰਦਾ ਹੀ ਮਾਇਆ ਦੇ ਵਿੱਚ ਮਸਤ ਹੋਇਆ ਫਿਰਦਾ ਹੈ ਉਹਨੂੰ ਪਰਮਾਤਮਾ ਦਾ ਜਸ ਕਿਵੇਂ ਚੇਤੇ ਆਵੇਗਾ। ਤੋ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਹੈ ਕਿ ਭਾਈ ਜੇ ਤੂੰ ਇਸ ਦੁਨੀਆ ਦੇ ਵਿੱਚ ਆਇਆ ਹੈ, ਤੇਰਾ ਮਕਸਦ ਪਰਮਾਤਮਾ ਦੀ ਸਿਫਤ ਕਰਨਾ ਹੈ, ਪਰਮਾਤਮਾ ਦੀ ਸਲਾਹਤਾ ਕਰਨਾ ਹੈ, ਤੇ ਤੂੰ ਮਾਇਆ ਵਿੱਚ ਗਲਤਾਨ ਰਹਿਣਾ ਹੈ। ਮਾਇਆ ਵਿੱਚ ਗਲਤਾਨ ਰਹਿਣ ਵਾਲਿਆ ਤੈਨੂੰ ਪਰਮਾਤਮਾ ਦੇ ਗੁਣ ਕਿਵੇਂ ਚੇਤੇ ਆਉਣਗੇ। ਦੇਖੋ ਇਨਸਾਨ ਦਾ ਹਾਲਾਤ ਜਿਹੜੇ ਨੇ, ਸਤਿਗੁਰੂ ਜੀ ਕਹਿੰਦੇ ਨੇ ਮਾਇਆ ਮਨਹੁ ਨਾ ਵਿਸਰੈ। ਇਹ ਮਨੁੱਖ ਜਿਹੜਾ ਹੈ ਇਹਦੇ ਮਨ ਤੋਂ ਮਾਇਆ ਵਿਸਰਦੀ ਨਹੀਂ। ਮਾਇਆ ਮਨਹੁ ਨਾ ਵਿਸਰੈ ਮੰਗੈ ਦਮਾ ਦਮ। ਸਵਾਸ ਇਹ ਮਾਇਆ ਹੀ ਚੇਤੇ ਕਰ ਰਿਹਾ। ਸਵਾਸ ਰੱਬ ਨੂੰ ਚੇਤੇ ਕਰਨਾ ਸੀ, ਪਰਮਾਤਮਾ ਦੇ ਗੁਣ ਸਵਾਸ ਗਾਉਣੇ ਸੀ, ਪਰ ਰੱਬ ਨੂੰ ਸਵਾਸ ਚੇਤੇ ਕਰਨ ਦੀ ਥਾਂ ਇਹ ਸਵਾਸ ਮਾਇਆ ਨੂੰ ਹੀ ਚੇਤੇ ਕਰ ਰਿਹਾ। ਹਰ ਸਾਹ ਦੇ ਨਾਲ ਇਹਨੂੰ ਕਦੀ ਪਰਿਵਾਰ ਚੇਤੇ ਆਉਂਦਾ, ਕਦੀ ਮਕਾਨ ਚੇਤੇ ਆਉਂਦੇ ਨੇ, ਕਦੀ ਧਨ ਦੌਲਤ ਚੇਤੇ ਆਉਂਦੀ ਹੈ, ਕਦੀ ਪਦਾਰਥ ਚੇਤੇ ਆਉਂਦੇ ਨੇ, ਕਦੀ ਹੋਰ ਸਹੂਲਤਾਂ ਚੇਤੇ ਆਉਂਦੀਆਂ ਨੇ। ਤੇ ਮਹਾਰਾਜ ਕਹਿੰਦੇ ਦਿਨ ਤੇ ਰਾਤ ਤਾਂ ਤੂੰ ਮਾਇਆ ਵਿੱਚ ਲੁਭਤ ਰਹਿਣਾ, ਤੈਨੂੰ ਪਰਮਾਤਮਾ ਦੇ ਗੁਣ ਕਿੱਥੋਂ ਚੇਤੇ ਆਉਣੇ ਨੇ। ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ। ਮਾਇਆ ਮਨਹੁ ਨਾ ਵਿਸਰੈ ਮੰਗੈ ਦਮਾ ਦਮ। ਹਰ ਪਲ ਕਦੀ ਇਸਤਰੀ ਦੀ ਮੰਗ, ਕਦੀ ਪਦਾਰਥ ਦੀ ਮੰਗ, ਕਦੀ ਮਕਾਨ ਦੀ ਮੰਗ, ਕਦੀ ਧਨ ਦੌਲਤ ਦੀ ਮੰਗ। ਤੇ ਮਹਾਰਾਜ ਕਹਿੰਦੇ ਤੇਰੇ ਚਿੱਤ ਵਿੱਚ ਹੀ ਇਹ ਚੀਜ਼ਾਂ ਵਸੀਆਂ, ਰੱਬ ਨੂੰ ਚਿੱਤ 'ਚ ਕਿਵੇਂ ਵਸਾਵੇਂਗਾ। ਇਹ ਗੱਲ ਯਾਦ ਰਹੇ ਸਾਧ ਸੰਗਤ, ਕਿਉਂਕਿ ਇੱਥੋਂ ਇੱਕ ਟਪਲਾ ਨਹੀਂ ਖਾ ਬੈਠਣਾ। ਆਮ ਤੌਰ ਤੇ ਧਰਮ ਦੀ ਦੁਨੀਆ ਵਿੱਚ ਬਹੁਤ ਸੱਜਣ ਇਹ ਭੁਲੇਖਾ ਖਾ ਬੈਠੇ ਕਿ ਵੀ ਇਸਤਰੀ ਪਰਿਵਾਰ ਇਹ ਮਾਇਆ ਹੈ, ਇਸ ਕਰਕੇ ਇਹਨੂੰ ਛੱਡ ਦੇਣਾ ਹੈ। ਇੱਥੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਮਾਇਆ ਅਸਲ ਦੇ ਵਿੱਚ ਹੈ ਕੀ ਸੱਚਮੁੱਚ ਹਰ ਵਾਰ ਇਸਤਰੀ ਮਾਇਆ ਹੀ ਹੁੰਦੀ ਹੈ, ਕਿ ਪੁੱਤਰ ਧੀਆਂ ਮਾਇਆ ਹੀ ਹੁੰਦੀਆਂ ਨੇ, ਕਿ ਪਰਿਵਾਰ ਤੇ ਧਨ ਦੌਲਤ ਮਾਇਆ ਹੀ ਹੈ। ਤੇ ਜੇ ਇਹ ਮਾਇਆ ਕੀ ਇਹਨੂੰ ਗੁਰਮਤ ਦੇ ਵਿੱਚ ਛੱਡ ਦੇਣ ਦੀ ਗੱਲ ਕੀਤੀ ਹੈ? ਨਹੀਂ ਸਾਧ ਸੰਗਤ, ਗੁਰਮਤ ਨੇ ਕਿਤੇ ਵੀ ਨਹੀਂ ਕਿਹਾ ਵੀ ਆਪਣੀ ਇਸਤਰੀ, ਮਾਤਾ ਪਿਤਾ, ਧਨ, ਪਰਿਵਾਰ, ਦੌਲਤ ਛੱਡ ਦਿਓ। ਮਹਾਰਾਜ ਕਹਿੰਦੇ ਹਾਂ ਇਹਨਾਂ ਨੂੰ ਮਾਇਆ ਨਹੀਂ ਬਣਨ ਦੇਣਾ। ਮਾਇਆ ਕਿਵੇਂ ਬਣਦੀਆਂ ਇਹ ਚੀਜ਼ਾਂ? ਆਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਨਾ। ਮਹਾਰਾਜ ਕਹਿੰਦੇ ਨੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ,
ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇ ਆ ਬਚਨ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ। ਇਹ ਮਾਇਆ ਕੀ ਹੈ? ਮਾਇਆ ਇਸਤਰੀ ਮਾਇਆ ਹੈ, ਧਨ ਪਰਿਵਾਰ ਹਰ ਵਾਰੀ ਮਾਇਆ ਹੁੰਦੇ ਨੇ। ਮਹਾਰਾਜ ਕਹਿੰਦੇ ਸਮਝ ਲਓ ਮਾਇਆ ਕੀ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਚੀਜ਼ ਜਿਹਨੂੰ ਦੇਖ ਕੇ ਰੱਬ ਭੁੱਲ ਗਿਆ ਹੈ। ਉਹ ਕੁਝ ਵੀ ਹੋ ਸਕਦਾ ਹੈ ਜੇ ਪੈਸੇ ਨੂੰ ਦੇਖ ਕੇ, ਕਿਉਂਕਿ ਇੱਥੇ ਇਹ ਵੀ ਇੱਕ ਗੱਲ ਸਮਝ ਲਿਓ, ਇਕੱਲੇ ਪੈਸਾ ਹੀ ਮਾਇਆ ਨਹੀਂ ਹੁੰਦਾ। ਇਹ ਨਹੀਂ ਵੀ ਜਿਹੜੇ ਨੋਟਾਂ ਦੀ ਗੁੱਥੀ ਨੂੰ ਅਸੀਂ ਮਾਇਆ ਕਹਿ ਦਿੰਦੇ ਇਹ ਮਾਇਆ ਨਹੀਂ। ਮਹਾਰਾਜ ਕਹਿੰਦੇ ਇਹ ਮਾਇਆ ਨਹੀਂ ਹੈ। ਜ਼ਰੂਰੀ ਨਹੀਂ ਇਕੱਲਾ ਧਨ ਪੈਸਾ ਹੀ ਮਾਇਆ ਹੁੰਦਾ ਹੈ। ਜਿਹੜੀ ਵੀ ਚੀਜ਼ ਨੂੰ ਦੇਖ ਕੇ ਰੱਬ ਭੁੱਲ ਗਿਆ ਉਹ ਚੀਜ਼ ਮਾਇਆ ਹੈ। ਜੇ ਪੈਸੇ ਨੂੰ ਦੇਖ ਕੇ ਰੱਬ ਭੁੱਲ ਗਿਆ ਤਾਂ ਪੈਸਾ ਮਾਇਆ ਹੈ। ਜੇ ਘਰ ਪਰਿਵਾਰ ਨੂੰ ਦੇਖ ਕੇ ਰੱਬ ਭੁੱਲ ਗਿਆ ਤੇ ਘਰ ਪਰਿਵਾਰ ਮਾਇਆ। ਜੇ ਇਸਤਰੀ ਨੂੰ ਦੇਖ ਕੇ ਰੱਬ ਭੁੱਲ ਗਿਆ ਤੇ ਇਸਤਰੀ ਮਾਇਆ ਹੈ। ਜੇ ਪਰਿਵਾਰ ਨੂੰ ਦੇਖ ਕੇ ਰੱਬ ਭੁੱਲ ਗਿਆ ਤੇ ਪਰਿਵਾਰ ਮਾਇਆ ਹੈ। ਤੇ ਜੇ ਇਸ ਪਰਿਵਾਰ ਦੇ ਵਿੱਚ ਰਹਿ ਕੇ ਵੀ ਰੱਬ ਚੇਤੇ ਆ ਤੇ ਮਹਾਰਾਜ ਕਹਿੰਦੇ ਫਿਰ ਇਸ ਘਰ ਪਰਿਵਾਰ ਨੂੰ ਮਾਇਆ ਨਾ ਕਿਉਂ, ਇਹ ਮਾਇਆ ਨਹੀਂ। ਗੱਲ ਇੱਥੇ ਪਦਾਰਥਾਂ ਦੇ ਹੋਣ ਜਾਂ ਨਾ ਹੋਣ ਦੀ ਨਹੀਂ ਹੈ, ਗੱਲ ਤਾਂ ਚਿੱਤ ਦੀ ਹੈ। ਸਾਧ ਸੰਗਤ, ਚਿੱਤ ਪਦਾਰਥਾਂ 'ਚ ਹੈ ਤੇ ਪਦਾਰਥ ਮਾਇਆ ਨੇ। ਤੇ ਜੇ ਪਦਾਰਥਾਂ 'ਚ ਰਹਿ ਕੇ ਵੀ ਚਿੱਤ ਵਾਹਿਗੁਰੂ 'ਚ ਜੁੜਿਆ ਤੇ ਫਿਰ ਉਹ ਪਦਾਰਥ ਮਾਇਆ ਨਹੀਂ ਬਣੇ ਉਹਦੇ ਲਈ। ਮਹਾਰਾਜ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਤੇ ਇੱਕ ਅਸੀਂ ਹੋਰ ਭੁਲੇਖਾ ਖਾ ਬੈਠਦੇ ਹਾਂ। ਜਿਹੜਾ ਬੰਦਾ ਸੋਹਣੇ ਮਹੱਲਾਂ 'ਚ ਰਹਿ ਰਿਹਾ ਹੈ, ਕੋਠੀਆਂ ਵੱਡੀਆਂ ਵੱਡੀਆਂ ਗੱਡੀਆਂ 'ਚ ਸਫ਼ਰ ਕਰਦਾ ਹੈ, ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਇਹ ਬੰਦਾ ਮਾਇਆਵੀ ਆ। ਇਹ ਵੀ ਜ਼ਰੂਰੀ ਨਹੀਂ। ਇਹ ਜ਼ਰੂਰੀ ਨਹੀਂ ਕਿ ਘਰ ਪਰਿਵਾਰ ਦੇ ਵਿੱਚ ਰਹਿਣ ਵਾਲਾ ਬੰਦਾ ਮਾਇਆਵੀ ਹੁੰਦਾ ਹੈ। ਆਮ ਤੌਰ ਤੇ ਨਾ ਧਰਮ ਦੀ ਦੁਨੀਆ 'ਚ ਇੱਕ ਭੁਲੇਖਾ ਪਿਆ ਹੋਇਆ ਵੀ ਜੇ ਕੋਈ ਕੰਮ ਧੰਦਾ ਬੰਦਾ ਕਰ ਰਿਹਾ ਨਾ ਜੀ, ਪਰਿਵਾਰ ਪਾਲ ਰਿਹਾ, ਤਾਂ ਅਕਸਰ ਕਹਿ ਦਿੰਦੇ ਨੇ ਵੀ ਇਹ ਤਾਂ ਬੰਦਾ ਮਾਇਆਵੀ ਆ। ਫਲਾਣਾ ਬੰਦਾ ਚੱਤੇ ਵਕਤ ਵਿਹਲਾ ਬੈਠ ਕੇ ਚੌਂਕੜਾ ਮਾਰ ਕੇ ਲੱਗਾ ਰਹਿੰਦਾ, ਉਹ ਮਾਇਆਵੀ ਨਹੀਂ। ਗੁਰਮਤ ਨੇ ਇਹ ਗੱਲ ਨਹੀਂ ਮੰਨੀ। ਸਾਧ ਸੰਗਤ, ਇਹ ਜ਼ਰੂਰੀ ਨਹੀਂ ਕਿ ਪਰਿਵਾਰ ਤੋਂ ਦੂਰ ਰਹਿਣ ਵਾਲਾ ਬੰਦਾ ਮਾਇਆਵੀ ਨਹੀਂ ਹੋ ਸਕਦਾ। ਇਹ ਜ਼ਰੂਰੀ ਨਹੀਂ ਝੁੱਗੀਆਂ ਝੋਪੜੀਆਂ 'ਚ ਰਹਿਣ ਵਾਲੇ ਮਾਇਆਵੀ ਨਹੀਂ ਹੋ ਸਕਦੇ। ਮਾਇਆਵੀ ਹੋਣਾ, ਇਹਦਾ ਸੰਬੰਧ ਪਦਾਰਥਾਂ ਦੇ ਹੋਣ ਜਾਂ ਹੋਣ ਨਾਲ ਨਹੀਂ ਹੈ। ਇਹਦਾ ਸੰਬੰਧ ਤਾਂ ਚਿੱਤ ਦੇ ਜੁੜਨ ਨਾਲ ਹੈ। ਚਿੱਤ ਪਦਾਰਥਾਂ 'ਚ ਜੁੜ ਗਿਆ ਹੈ। ਹੁਣ ਕੋਈ ਬੰਦਾ ਜੰਗਲਾਂ 'ਚ ਬੈਠਾ ਹੈ, ਜੰਗਲਾਂ 'ਚ ਬੈਠ ਕੇ ਵੀ ਉਹ ਪੈਸੇ ਚੇਤੇ ਕਰ ਰਿਹਾ ਵੀ ਕੋਈ ਗ੍ਰਸਤੀ ਆਏਗਾ ਤੇ ਸਾਡੇ ਗੜਵੇ 'ਚ ਪੈਸੇ ਪਾ ਕੇ ਜਾਵੇਗਾ। ਹੁਣ ਬੈਠਾ ਜੰਗਲਾਂ 'ਚ, ਕੋਈ ਪਰਿਵਾਰ ਨਹੀਂ। ਤੇ ਜੇ ਜੰਗਲਾਂ 'ਚ ਬੈਠ ਕੇ ਵੀ ਪੈਸੇ ਜਾਂ ਇਸਤਰੀ ਚੇਤੇ ਕਰ ਰਿਹਾ, ਉਹ ਵੀ ਜੰਗਲਾਂ 'ਚ ਬੈਠ ਕੇ ਵੀ ਬੰਦਾ ਮਾਇਆਵੀ ਹੈ। ਜੇ ਝੁੱਗੀਆਂ ਝੋਪੜੀਆਂ 'ਚ ਬੈਠ ਕੇ ਵੀ ਬੰਦੇ ਨੂੰ ਪਦਾਰਥ ਹੀ ਚੇਤੇ ਆ ਰਹੇ ਨੇ। ਹੁਣ ਦੇਖੋ ਮਾਇਆ ਦੇ ਦੋਨੋਂ ਰੂਪ ਨੇ। ਮਹਾਰਾਜ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜੇ ਕੁਝ ਹਾਸਲ ਹੋ ਗਿਆ, ਕੋਠੀਆਂ ਪਦਾਰਥ ਹਾਸਲ ਹੋ ਗਏ ਨੇ ਤੇ ਬੰਦਾ ਕੋਠੀਆਂ ਪਦਾਰਥਾਂ ਵੱਲ ਚਿੱਤ ਜੋੜ ਕੇ ਹੰਕਾਰੀ ਹੋ ਗਿਆ ਹੈ, ਰੱਬ ਭੁੱਲ ਗਿਆ ਹੈ। ਹੁਣ ਇੱਥੇ ਪਦਾਰਥਾਂ ਦਾ ਆਉਣਾ ਮਾਇਆ ਬਣ ਗਿਆ ਹੈ। ਤੇ ਕਈ ਵਾਰੀ ਬੰਦਾ ਝੁੱਗੀਆਂ ਝੋਪੜੀਆਂ 'ਚ ਬੈਠਾ ਹੈ, ਕੋਈ ਧਨ ਦੌਲਤ ਨਹੀਂ, ਕੋਈ ਸੋਹਣਾ ਪਰਿਵਾਰ ਨਹੀਂ, ਪਰ ਝੋਪੜੀ 'ਚ ਬੈਠ ਕੇ ਵੀ ਬਸ ਇਹੀ ਚੇਤੇ ਕਰ ਰਿਹਾ, ਮੇਰੇ ਕੋਲ ਵੀ ਕੋਠੀ ਹੋਣੀ ਚਾਹੀਦੀ ਹੈ, ਮੇਰੇ ਕੋਲ ਵੀ ਕਾਰ ਹੋਣੀ ਚਾਹੀਦੀ ਹੈ, ਮੇਰੇ ਕੋਲ ਵੀ ਸੋਹਣੀ ਇਸਤਰੀ ਹੋਣੀ ਚਾਹੀਦੀ ਹੈ। ਹੁਣ ਚਿੱਤ ਤਾਂ ਪਦਾਰਥਾਂ 'ਚ ਹੀ ਜੁੜਿਆ ਨਾ, ਭਾਵੇਂ ਬੈਠਾ ਝੋਪੜੀਆਂ 'ਚ। ਗੱਲ ਤਾਂ ਚਿੱਤ ਜੁੜਨ ਦੀ ਹੈ। ਜੇ ਝੋਪੜੀਆਂ 'ਚ ਬੈਠ ਕੇ ਵੀ ਚਿੱਤ ਕੋਠੀਆਂ ਤੇ ਕਾਰਾਂ 'ਚ ਹੀ ਜੁੜਿਆ ਹੈ, ਉਹ ਝੋਪੜੀਆਂ 'ਚ ਬੈਠਾ ਬੰਦਾ ਵੀ ਮਾਇਆਵੀ ਹੈ। ਤੋ ਮਾਇਆ ਦਾ ਸੰਬੰਧ ਪਦਾਰਥਾਂ ਦੇ ਹੋਣ ਜਾਂ ਨਾ ਹੋਣ ਨਾਲ ਨਹੀਂ ਹੈ। ਮਾਇਆ ਦਾ ਸੰਬੰਧ ਤਾਂ ਚਿੱਤ ਜੁੜਨ ਨਾਲ ਹੈ। ਚਿੱਤ ਵਾਹਿਗੁਰੂ ਨੂੰ ਭੁਲਾ ਬੈਠਾ ਹੈ ਤੇ ਪਦਾਰਥਾਂ 'ਚ ਜੁੜ ਗਿਆ, ਉਹ ਮੱਦਾ ਮਾਇਆ 'ਚ ਲੁਭਤ ਹੋ ਗਿਆ। ਤੇ ਜੇ ਕੋਠੀਆਂ 'ਚ ਰਹਿ ਕੇ ਵੀ ਚਿੱਤ ਵਾਹਿਗੁਰੂ ਨਾਲ ਜੁੜਿਆ ਹੈ, ਭੁੱਲ ਕੇ ਵੀ ਉਹਨੂੰ ਮਾਇਆਵੀ ਨਾ ਆਖਿਓ ਸਾਧ ਸੰਗਤ, ਕਿਉਂਕਿ ਪਦਾਰਥਾਂ ਦਾ ਹੋਣਾ ਗੁਨਾਹ ਨਹੀਂ। ਤਾਂ ਹੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਹੈ, ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੁਦੇ ਜਾਹੇ। ਜਿਨ੍ਹਾਂ ਦੇ ਘਰ ਪਦਾਰਥ ਨਹੀਂ, ਉਹਨਾਂ ਦੇ ਘਰ ਤਾਂ ਆਇਆ ਮਹਿਮਾਨ ਵੀ ਭੁੱਖਾ ਮੁੜ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਜੇ ਤੇਰੇ ਘਰ ਆਇਆ ਮਹਿਮਾਨ ਹੀ ਭੁੱਖਾ ਮੁੜ ਗਿਆ ਤੇ ਤੂੰ ਧਰਮੀ ਵੀ ਸਦਾ ਲਵੇਂ ਤੇ ਕਾਹਦਾ ਧਰਮੀ ਤੂੰ। ਪਦਾਰਥਾਂ ਦਾ ਹੋਣਾ ਗੁਨਾਹ ਨਹੀਂ। ਮਹਾਰਾਜ ਕਹਿੰਦੇ, ਮੈਂ ਨਹੀਂ ਕਿਹਾ ਵੀ ਸਿੱਖ ਮੇਰਾ ਕੰਗਾਲ ਹੀ ਹੋਵੇ,
महाराज कहते मैं तो चाहुंदा भी सिख मेरा उच्चे उच्चे सिखरां ते वड्डियां पदवियां ते पहुंचे। सतगुरु ने तो बोल के क्या राज करेगा खालसा, सिख ने तो राज भी करना है, तख्त मिल गए तख्तां ते भी बैठना है, भजना नहीं इन्हां तो। सतगुरु जी ने सानू भगौड़े नहीं बनाया, ये नहीं कहा भी जे धन पदार्थ माया ने ते भज जो इन्हां तो। महाराज कहते ने धन पदार्थां च रह के रब दे गुण गा, फिर पदार्थ तेरे वास्ते माया नहीं हन। तो सतगुरु जी बचन कर रहे ने ये माया, क्योंकि मैं थोड़ी जी इत्थे विचार तां दित्ती, अक्सर ये भुलेखा असीं खा बैठदे हां। सतगुरु रहमत करन असीं कोठियां कारां वाले बणीए, पदार्थां वाले बणीए, पर मन करके चित्त करके असीं वाहिगुरू दे गुण गाईए। ते वाहिगुरू दे गुण गाउण वाला बंदा पदार्थां च रह के भी मायावी नहीं हुंदा। सतगुरु जी कहंदे ने कि जेड़ा बंदा मायावी हो गया, हुण इत्थे गल ओदी हो रही है जेड़ा माया विच लुप्त रहिंदा है। माया च लुप्त रहण तो भाव ये माया जित हर विसरै, मोह उपजै भाव दूजा लाया। पदार्थां च रह के बस पदार्थ ही चेते कर रहा, कदी परिवार चेते आ रहा, सवास सवास पैसे चेते कर रहा, बिजनेस चेते कर रहा, मकान चेते कर रहा, ते रब भुल गया है। ते महाराज कहंदे जे तू इस तरह ही गलतान रवेगा, प्रभु दे गुण नहीं तेरे तो गाए जाने। प्राणी को हर जस मन नहीं आवे। ते अज दी डेट दे विच तुसीं देख लो बंदियां दे हालात ये हो गए ने, जिन्हों सतगुरु जी ने गुरबाणी विच कहा माया धारी अत अन्ना बोला, शब्द ना सुनी बा रोल कचोला। तुसीं देखो बंदा माया विच इन्ना गलतान हो गया भी ना तां इहनूं गुरु दी गल चंगी लगदी है, ना रब दी गल सुनन नूं तैयार है, ते ना मुख तो कहण नूं तैयार है। इहनूं बस माया ही माया दिखदी है। ते सच्ची गल यह भी इहदा दायरा ही बस माया तक सीमित हो गया है। इहनूं पता ही नहीं भी माया तो परे भी कुछ है, पदार्थां तो परे भी कुछ है। सतगुरु जी ने तां ही बचन कीता ना, कूप भरियो जैसे दादरा, कछ देश बदेश ना बूझ, ऐसा मेरा मन बिखिया बमोहिया, कछ आरा पार ना सूझ। जिवें खूह दे डड्डू नूं खूह तो बाहर दी दुनिया दा कुछ पता नहीं, खूह दे डड्डू दी दुनिया बस खूह ही है, खूह तो बाहर कुछ है उन्होंने कोई सूझबूझ नहीं, कुछ नहीं पता। इसे तरह बंदा जिहड़ा माया विच गलतान हो गया, उहदी दुनिया तो बस माया ही हुंदी है। घर परिवार धन दौलत तो परे भी कुछ है, उन्होंने कोई समझ नहीं। आ पिछे जे एक सज्जन देखण नूं मिलिया साध संगत, उस सज्जन ने वेख्या भी कोई पुरुष निष्काम सेवा कर रहा है, कदी बच्चियां नूं पढ़ा दिंदा है, कदी कैंप ला के क्लासां ला रहा है, कदी किस प्रकार की सेवा कर रहा, तो निष्काम कोई मंग नहीं। ते ओ बंदा बैठा माया विच लुप्त सी, ते गल्लां कर रहे ने मोड़ां ते बैठे भी, बंदे नूं कुछ ना कुछ तो मिलता ही होवेगा ना। एवें कोई फ्री दे विच थोड़ा किसे नूं पढ़ाउंदा है, फ्री दे विच थोड़ा किसे नूं वंडदा, कोई सरकारां तो जां कितों ना कितों पैसे आउंदे होणगे, इहदा भी तां ढिड भरदा होवेगा भी। बिना मतलब तो बिना फायदे तो कोई इंज क्यों करेगा। ते मेरे मन दे विच इह गल आई भी बंदे दा दायरा ही माया तक सीमित हो गया है। जिहड़े बंदे ने आप कदी फायदे तो बिना कोई काम नहीं कीता, उहनूं इंज ही लगदा भी सारे फायदे वास्ते ही करदे आ। उहनूं पता ही नहीं भी फायदे तो परे भी कुछ है, कोई निष्काम भी सेवा कर सकदा है। जिहदा दायरा ही बस माया तक सीमित हो गया है, उहनूं माया तो परे दी कोई सूझबूझ नहीं हुंदी। बस उहदा दायरा परिवार तक सीमित है। बस सुबह उठिया, बस धंधा कीता, परिवार पालना है, सौ जाना है, चस्के लैने ने, बस यही उहदा दायरा बन के रह गया। इहदे तो परे जाके भी कुछ है भी परमात्मा की सिफत भी करनी आ, मैं अमृत वेले उठ के नितनेम भी करना है, कोई चित चेते च नहीं उहनूं। कूप भरियो जैसे दादरा, कछ देश बदेश ना बूझ, ऐसा मेरा मन बिखिया बमोहिया, कछ आरा पार ना सूझ। प्राणी को हर जस मन नहीं आवे, एहन समगन रहे माया में, कहो कैसे गुण गावे। दिन ते रात ये माया दे विच गलतान रहिंदा है, रब नूं चेते नहीं करदा। ते तुसीं देख लो बंदा एवें ही अपने दिन लंघा दिंदा है। सुबह उठिया, बस पदार्थ चेते कीते, पदार्थां लई उद्यम कीता, पदार्थां लई उद्यम करदिआं थक गया, इस्त्री नूं खुश कीता, रस कस चस्के लए ते सौ गया। सारा दिन एवें लगा दिंदा है, रात एवें लगा दिंदा है, ते इत्थों तक जिंदगी भी इंज ही लगा दिंदा है। सतगुरु गुरु अर्जन साहिब महाराज जी का एक बचन आउंदा है। महाराज कहंदे एक पासे तां माया भी बंदा है, तुसीं देखो किवें चस्कियां दे विच ही दिन लंघा दिंदा है, ते एक वो जिहड़ा जिन्हों आपां संत कहने आ, वो तां बस परमात्मा दा जस गाउंदे ही समा बतीत करदा है, भावें बैठा पदार्थां 'च ही होवे, पर परमात्मा दा जस गाउंदिआं ही एक संत जन जिहड़ा है वो अपना दिन बतीत करदा है। पर माया विच गलतान बंदा दिन रोज़ एवें लगा दिंदा है।
सतगुरु जी का बचन आउंदा है, महाराज कहंदे ने काहू बिहावै रंग रस रूप। किसी का दिन लंघ जाता है बस रंग रस रूप, अज की भाषा में कह लीए बस अपने आप को सोहना दिखाउण च, शीशे अगे खड़िया भी मैं सोहना दिख रहा, कदी क्रीमां ला लियां, जान लगा तो कदी वाल सैट कर ले, जैल ला ली, वाल खड़े कर ले, गया किते राह च भी कोई शीशा आ जाए तो चेहरा ही देखता रहिंदा भी मेरा वाल इधर उधर तो नहीं हो गया, माड़ा मोटा मेरे चेहरे ते कुछ लग तो नहीं गया। सारा दिन बस चेहरे वाल ध्यान रखदे ही दिन लंघा दिंदा। काहू बिहावै रंग रस रूप, काहू बिहावै माए बाप पूत। कोई दिन लगा दिंदा है बस परिवार पालदे। काहू बिहावै रंग रस रूप, काहू बिहावै माए बाप पूत, काहू राज मिल्क सिकदारा, संत बिहावै हर नाम आधारा। किसी का दिन लंघदा है चेहरे शंगारन ते माया भी है, किसी का दिन लंघदा है परिवार ही पालन ते रब भुलाई बैठा है। क्योंकि इत्थे सारियां गल्लां ने गल जोड़ लिओ भी जे सतगुरु ने गल कही ना भी बस परिवार पाल लिया, इहदा मतलब भी परिवार पालदा रब भुलाई बैठा है ते दिन व्यर्थ गवा रहा है। किसी का दिन लंघदा है रब भुला के चेहरे शंगारन ते, किसी का दिन लंघदा है रब भुला के परिवार पालन ते, किसी का दिन लंघदा है तख्त मानन ते, किसी का दिन लंघदा है चौधरियां दी चापलूसी ते चमचागिरी करन ते। पर संत जन जेड़े ने परमात्मा दा जस गाउंदे ही समा बतीत करदे ने। काहू बिहावै रंग रस रूप, काहू बिहावै माए बाप पूत, काहू बिहावै राज मिल्क सिकदारा, संत बिहावै हर नाम आधारा, काहू बिहावै बेद अरबाद। आ गल ध्यान दे के सुनियो। सानू एक भी भुलेखा हुंदा भी चलो मैं तो धर्म दी विचार करदा, हुण मान लो मैं कथा कर रहा किते ये ना भुलेखा पा बैठो भी मैं माया भी नहीं हो सकता। बंदा जिहड़ा रब दी भी विचार कर रहा वो भी माया भी हो सकता है, क्योंकि जे रब दी विचार करदे रब ही भुल गया तो वह रब दी विचार भी माया बन जाती है। गल ध्यान रखियो। तुसी देखो कोई कथा भी कर रहा है, रब दी विचार भी कर रहा तो ध्यान दे विच बस यही आ रहा भी मैं तो फलाने प्रचारक नूं ही जवाब दे रहा। मैनूं माफ़ कर दो मैं सीधे शब्द कवां, कोई टकसाली वीर आ तो वह रब दी विचार करदे ध्यान च रखी बैठा भी मैं मिशनरियां जां ढड्डरियां वाले नूं जवाब दे रहा। कोई मिशनरी बैठा विचार करता है तो उहदे ध्यान च यह आ भी मैं तो बस टकसालियां नूं जवाब दे रहा। कोई ढंडरियां वाले दा फॉलोअर जां वह प्रचारक आप विचार कर रहे ने, बस मुख तो टकसाली ते मन च टकसाली आउंदे ने। मैं ये नहीं कहता भी ये लोग माड़े ने, बड़े इन्हां संप्रदावां जथेबंदियां च चंगे भी होणगे, पर बहुते ऐसे ने जिहड़े रब दी विचार करदे आ भी एक दूजे नूं ध्यान च लिया रहे ने। हुण देखो सिमरन तो फिर एक दूजे का ही कर रहे ने ना, रब तो भुलिया ही बैठा है ना। रब की सिफत करते हैं रब ध्यान च आउणा चाहिदा सी, पर रब की दलील दिंदे आ इन्हां नूं बंदे ही जा ध्यान च आ रहे हैं, ये भी माया ही बन गया। फिर महाराज कहते कई लोग बस वाद विवाद झगड़े बखेड़े ते बहसबाजी करदे ही दिन व्यर्थ गवा दिंदे ने। काहू बिहावै बेदरबाद, काहू बिहावै रसना साध। ते किसी का दिन लंघदा जबान दे चस्के मानन ते लंघे ते कदी कुरकरे चेते आ गए, कदी लेज चेते आ गए, कदी 36 प्रकार के भोजन चेते आ गए। हुण मैं ये नहीं कह रहा भी भोजन खाना नहीं खाना है, पर साडे ध्यान च ही बस भोजन ही वस गया। आए पल पल कदी चॉकलेट चेते आउंदी है, कदी की ढंग के पदार्थ चेते आउंदे, रब तां चेते आउंदा नहीं ते माया ही बन गए ने फिर पदार्थ। काहू बिहावै बेदरबाद, काहू बिहावै रसना साध, काहू बिहावै लपट संग नारी, संत रचे केवल नाम मुरारी। ते कईयां दे दिन लंघदे ने बस काम वासना दे विच, इस्त्री दे नाल लपटे रहिंदे ने ते कई एवें ही जिंदगी बतीत कर जाते हैं। पर जिहड़े संत जन ने वो केवल परमात्मा दे चरनां नाल जुड़े ने। आम तौर ते बंदा परमात्मा की सिफत भुलाई बैठा, प्राणी को हर जस मन नहीं आवे। फिर महाराज बचन करते ने काहू बिहावै जोग तप पूजा, काहू रोग सोग परमीजा, काहू पवन धार जात बिहाए, संत बिहावै कीर्तन गाए। कईयां दे दिन लंघदे ने बाहरले धर्म कर्म करदियां, ते भी याद रखियो धर्म कर्म करदियां मन करके रब भुल गया है ते उन्हां धर्म कर्मां दा हंकार हो गया है। सतगुरु कहंदे वो धर्म कर्म भी फिर माया बन गए ने। असीं कुछ भी करना है इस करके करना ताकि रब चेते आवे, पर उन्हां कर्मां करके ही रब भुल गया है तो वो कर्म भी माया बन जाते हैं। कोई जोग तप करता है, कोई पूजा कर रहा है, कोई किसी प्रकार के प्राणायाम कर रहा है, कोई की कुछ कर रहा है,
पर रब भुलाई बैठा है। महाराज कहते ये भी माया है, ये भी समा व्यर्थ गवाउणा ही है। काहू बिहावै जोग तप पूजा, काहू रोग सोग परमीजा, काहू पवन धार जात बिहाए, संत बिहावै कीर्तन गाए। काहू बिहावै खेलत जुआ, काहू बिहावै अमली हुआ, काहू बिहावै पर दरब चुराए, हर जन ते आवै नाम ते आए। किसी दा दिन लंघदियां जुआ खेडदियां, बस जुआ खेडिया, पैसे लुटाए, पैसे इकट्ठे कर लए ते दिन लंघ गया। किसी दा दिन लंघदा बस नशे च गलतान रहा। ਤੇ ਅੱਜ ਸਾਡੇ ਪੰਜਾਬ ਦਾ ਵੀ ਇਹ ਹਾਲ ਹੋ ਗਿਆ ਹੈ। ਪਤਾ ਨਹੀਂ ਕਿੰਨੇ ਨੌਜਵਾਨ ਇਸ ਨਸ਼ੇ ਦੇ ਵਿੱਚ ਉੱਜੜਦੇ ਪਏ ਨੇ। ਮਹਾਰਾਜ ਕਹਿੰਦੇ ਉਹ ਵੀ ਮਾਇਆ 'ਚ ਗਲਤਾਨ ਨੇ। ਤੇ ਕਿਵੇਂ ਰੱਬ ਚੇਤੇ ਆਵੇ। ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੁਆ, ਕਾਹੂ ਬਿਹਾਵੈ ਪਰ ਦਰਬ ਚੁਰਾਏ। ਕਿਸੇ ਦਾ ਦਿਨ ਲੰਘਦਾ ਬਸ ਬੇਈਮਾਨੀਆਂ ਕਰਦਿਆਂ ਤੇ ਪਰਾਇਆ ਧਨ ਇਕੱਠਾ ਕਰਦਿਆਂ, ਚੋਰੀ ਕਰਦਿਆਂ, ਲੁੱਟਦਿਆਂ, ਠੱਗਦਿਆਂ। ਕੋਈ ਦੁਕਾਨ ਤੇ ਬੈਠਾ ਹੈ, ਜ਼ੋਰ ਇਸ ਪਾਸੇ ਲੱਗਾ ਵੀ ਆਏ ਗਏ ਗਾਹਕ ਨੂੰ ਮੈਂ ठगना किवें आ। माया च गलतान है, रब किवें चेते आवे। काहू बिहावै खेलत जुआ, काहू बिहावै अमली हुआ, काहू बिहावै पर दरब चुराए, हर जन ते आवै नाम ते आए। काहू बिहावै दिन रैन चालत, काहू बिहावै सो पिड़ मालत, काहू बिहावै बाल पढ़ावत, संत बिहावै हर जस गावत। कईयां दा दिन लंघदा बस सफ़र करदे, कई बस आए दिन सफ़र ही करते, कदी उत्थे घूमन चले गए, कदी उत्थे घूमन चले गए। हुण सफ़र करना माड़ी गल नहीं, पर सफ़र चेते है, रब चेते नहीं, तो वह सफ़र भी माया बन गया। कई हुण इत्थे महाराज ने स्पैशली शब्द वरत्या काहू बिहावे बाल पढ़ावत। हुण कई बच्चे पढ़ाउंदे ने, मैं हर एक पक्ष तो गल कहांगा। कोई देखो दुनियावी एजुकेशन दे रहा है, हुण देखो कर्म तो बहुत चंगा है, बच्चों को पढ़ाना बहुत वधिया गल है। कई कैंप लाउंदे ने, फ्री दे विच भी पढ़ाउंदे ने, बहुत वधिया गल है। पर जे साडा ध्यान बस उस कर्म तक ही टिकिया रह गया तो रब भुल गया, तो महाराज कहंदे वो कर्म भी फिर माया बन गया। असी कोई भी कर्म इस करके करना ताकि परमात्मा चेते आवे, पर जे परमात्मा भुल गया है तो चित्त बस केवल बाहर दे धंधे तक रह गया, तो महाराज कहंदे वो चीज़ माया है। हुण इत्थे माया नूं बड़े ध्यान नाल समझना है। इत्थे डिटेल नाल व्याख्या सतगुरु जी करा रहे हैं। महाराज कहंदे ने काहू बिहावै दिन रैन चालत, काहू बिहावै सो पिड़ मालत, काहू बिहावै बाल पढ़ावत, संत बिहावै हर जस गावत। काहू बिहावै नट नाटक निरते। अगल ध्यान दिओ, कईयां दे दिन लंघ जांदे बस नाटक करदे। किन्ने एक्टर ने ना बस एक्टिंग ही उन्हां दी जिंदगी आ, एक्टिंग करदे ही जिंदगी लंघ जांदी। कोई नाटक कर रहा है तो कला करन ते नहीं, वो तो चलो केवल एक पर्दे ते करदे, कई डेली लाइफ च भी नाटक करते हैं। धर्मी होने का नाटक, कईयां दे कोल वख-वख तरह के फुकरियां हुंदियां ने। असी जिंदगी दे विच भी बहुती वार नाटक ही कर रहे हैं तो इवें ही दिन लंघा रहे हैं। काहू बिहावै नट नाटक निरते, ते कई फिल्मां देख देख के नाटक कोई करदियां जिंदगी लंघा रहा, कोई नाटक देखदियां जिंदगी लंघा रहा, ये भी माया है। काहू बिहावै नट नाटक निरते, काहू बिहावै जियाए हिरते, काहू बिहावै राज में डरते, संत बिहावै हर जस करते। कईयां दा दिन लंघदा है किसे नूं मारदियां, किसे नूं दुख दिंदियां, कईयां दा दिन लंघदा है बस राज दे विच गुलामी सहंदियां ते डरदियां, ते पर जिहड़े संत जन ने वो अपना दिन लगाउंदे ने हर जस करदियां। काहू बिहावै नट नाटक निरते, काहू बिहावै जियाए हिरते, काहू बिहावै राज में डरते, संत बिहावै हर जस करते। काहू बिहावै मता मसूरत, काहू बिहावै सेवा जरूरत, काहू बिहावै सोदत जीवत, संत बिहावै हर रस पीवत। कई लोग बस गुजारे जोगा धंधा करदे आ दिन लंघा दिंदे ने। इत्थे महाराज ने ध्यान दिओ शब्द वरतिया है काहू बिहावै सेवा जरूरत, क्योंकि अक्सर सानू ना यह भी भुलेखा रहिंदा है भी जे कोई लोड़ वास्ते ही चलो धन दौलत इकट्ठी कर रहा है, कि लोड़ वास्ते इकट्ठी की दौलत भी माया है। महाराज ने किते भी नहीं कहा भी भावें लोड़ वास्ते करो तो भावें जोड़न वास्ते करो। महाराज कहते जे तू सिक्योरिटी वास्ते अपने खाते भी भरने ने तो वह भी कोई गुनाह नहीं है। बस ये ध्यान रखी भी तेरे चित्त विच वाहिगुरू वसिया कि नहीं, तो जे वाहिगुरू भुल गया है तो कोई बंदा लोड़ वास्ते भी कुछ इकट्ठा कर रहा ना, वह भी माया है। जे कोई हुण कोई ये बंदा ना भुलेखा पा बैठे जी मैं तो बस लोड़ वास्ते इकट्ठा करदा, मैं किहड़ा मायावी हाँ। महाराज कहते नहीं गल कट्ठे जां कट्ठे ना करन दी नहीं है, गल तां चित्त विच वाहिगुरू वसाउण दी है। जे चित्त विच वाहिगुरू वसिया है तो तू जो मर्जी इकट्ठा कर ईमानदारी नाल, वो चीज़ माया नहीं हो सकती। वो तेरी सुच्ची सच्ची सुच्ची किरत ही होवेगी।
पर जे रब भुल गया है तो तू भावें लोड़ वास्ते भी इकट्ठा करो भी चीज़ माया है। काहू बिहावे सेवा जरूरत, पर महाराज कहते ने काहू बिहावे मता मसूरत, काहू बिहावे सेवा जरूरत, काहू बिहावे सोधत जीवत, संत बिहावे हर रस पीवत। तो सतगुरु महाराज कहते ने प्राणी को हर जस मन नहीं आवे। हुण तुसीं देखो आपां इन्ने बचन विचार कीते, माया च गलतान होए बंदे नूं रब किवें चेते आवे। इहनूं चेते अपना रूप आ रहा है, इनू पदार्थ चेते आ रहे हैं, इनू भोजन चेते आ रहे हैं, इनू परिवार चेते आ रहा है, इनू दलीलां ते विवाद चेते आ रहे हैं, इनू अपनी जित हार चेते आ रही है, बस रब नहीं चेते आ रहा। प्राणी कहो हर जस मन नहीं आवे, अहनस मगन रह माया में, कहो कैसे गुण गावे। इसे करके सतगुरु गुरु तेग बहादुर महाराज जी ने भी बहुत बार गल समझाई है, प्राणी कछु न चेतई मद माया के अंध, कहो नानक हर भजन बिन परत ताहे जम फंद। प्राणी कहो हर जस मन नहीं आवे, माया कारण तावही मूर्ख लोग अजान, ऐनिस मगन रह माया में, माया कारण तावही मूर्ख लोग अजान, कहो नानक हर भजन बिन बिरथा जन्म सरान। मन माया में रम रह्यो निकसत नाहिन मीत, नानक मूर्त चित्र ज्यों छाड़त नाहिन भीत। जिवें कंध ते छपे हुए चित्र ते वजी हुई लकीर मिटदी नहीं, बंदे दा मन भी माया विच इस तरह गलतान होया पिया है कि इनू परमात्मा ही नहीं चेते आ रहा, माया तो टुटदा ही नहीं पिया। महाराज कहते प्राणी को हर जस मन नहीं आवे, ऐनस मगन रह माया में, कहो कैसे गुण गावे। गुरु ग्रंथ साहिब दे विच इस करके इस गल नूं समझाउण ते बहुत जोर दिता है कि भाई माया विच क्यों गलतान होया पिया। याद रख इस माया वाली किसी भी चीज़ ने तेरे नाल नहीं जाना। सतगुरु जी ने तो इत्थों तक वचन किया है, महाराज कहते नांगे आवन नांगे जाना, कोई ना रहे राजा राना। केड़ी चीज़ करके रब भुलाई बैठा है। याद रख तू नंगा आया सी ते नंगा ही तुर जाना है। जेड़ियां चीज़ां करके रब भुलाई बैठा वो चीज़ तेरे नाल नहीं जानी। महाराज कहते इत्थे तां वड्डे वड्डे राजे महाराजे नंगे तुर गए, केड़ा राज तख्त उन्हां दे नाल गया, किहड़े धन पदार्थ ते लश्कर उन्हां दे नाल गए। जे वड्डे वड्डे बादशाह खाली हथ तुरे ने ते तू कौन हुन्ना है फिर, खाली तू ही तुर जाना है। इस करके जेड़ी चीज़ तेरे नाल जानी नहीं उहदे विच गलतान क्यों होया पिया है, क्यों परमात्मा दा जस नहीं गाउंदा, क्यों परमात्मा दी सिफत नहीं करदा। महाराज कहंदे ने प्राणी को हर जस मन नहीं आवे, ऐनस मगन रह माया में, कहो कैसे गुण गावे। बंदिया ये गल समझ लै, नांगे आवन नांगे जाना, कोई ना रह राजा राना। राम राजा नौनिध मेरा, संपै हेत कलत धन तेरा। तेनू इस्त्री चेते है, तेनू पदार्थ चेते ने, बस परमात्मा चेते नहीं। आवत संग न जात संगाती, कहाँ भयो दर बांधे हाथी। लंका गढ़ सोने का भया, मूर्ख रावण क्या ले गया। महाराज रावण की उदाहरण लै रहे हैं। महाराज कहते रावण नूं ही चेते कर ला, सोने की लंका सी ओदी ते की नाल लै गया, खाली हाथी गया है ना। लंका गढ़ सोने का भया, मूर्ख रावण क्या ले गया। तां करके महाराज कहते कहो कबीर कश गुण विचार, तेरे हालात ने प्राणी को हर जस मन नहीं आवे। पर गल समझ लै, कहो कबीर कश गुण विचार, चले जुआरी दोए हथ चार। जेड़ी माया च तू गलतान है, इहदे विच गलतान रहा तू खाली हाथे तो तुर जाना है। भला यही होवेगा कि परमात्मा की सिफत विच जुड़ जा। इस करके महाराज कहते ने प्राणी कहो हर जस मन नहीं आवे, ऐनस मगन रह माया में, कहो कैसे गुण गावे। आपां तां इह तां विचार लिया साध संगत कि बंदा माया विच गलतान है, इनू परमात्मा की सिफत चेते नहीं आउंदी। फिर इहदा हल की है, बंदा माया तो बचे किवें। वैसे आम तौर पर बंदियां ने सुनिया भी बहुत है जी, माया बहुत दुखदाई है। बंदे कह भी दिंदे ने जी माया च गलतान नहीं रहना चाहिए, रब चेते करना चाहिए। पर इस तरह कहण सुनन नाल कदी माया छुट जाती है कि कहना ते सुन लेना हल है। भाई गुरदास जी ने बड़े सोहणियां उदाहरणा लैके गल समझाई। महाराज कहंदे इस गल नूं तुसीं कही भी जाओ, सुनी भी जाओ, समझ भी लो, ये चीज़ हल नहीं माया तो बचन दा। गुरबाणी दे विच हल भी दस्सिया, पर भाई गुरदास जी दे बचन ध्यान नाल सुनियो। महाराज कहंदे जैसे पोस्ती सुनत कहत पोस्त बुरो, ताकै बस भयो छाड्यो चाहे पैना छूटाई।
ਪਹਿਲੀ ਉਦਾਹਰਨ ਲਈ ਭਾਈ ਗੁਰਦਾਸ ਜੀ ਨੇ ਪੋਸਤੀ ਦੀ, ਚਲੋ ਇੱਥੇ ਸਪੈਸ਼ਲ ਸ਼ਬਦ ਪੋਸਤੀ ਵਰਤਿਆ, ਪੋਸਤ ਖਾਣ ਵਾਲਾ, ਆਪਾਂ ਭਾਵ ਅਰਥ ਲੈ ਲਈਏ ਵੀ ਨਸ਼ੇ ਕਰਨ ਵਾਲਾ। ਜਿਸ ਬੰਦੇ ਨੂੰ ਨਸ਼ੇ ਦੀ ਆਦਤ ਹੋ ਗਈ ਹੈ ਉਹ ਕਹਿੰਦਾ ਵੀ ਬਹੁਤ ਹੈ ਵੀ ਨਸ਼ਾ ਬਹੁਤ ਮਾੜਾ ਹੈ ਜੀ, ਸੁਣੇਗਾ ਵੀ ਬਹੁਤ ਵੀ ਨਸ਼ਾ ਬਹੁਤ ਮਾੜੀ ਚੀਜ਼ ਹੈ, ਤੇ ਉਹਨੂੰ ਪਤਾ ਵੀ ਲੱਗ ਜਾਂਦਾ ਵੀ ਨਸ਼ਾ ਮੇਰਾ ਬਹੁਤ ਨੁਕਸਾਨ ਕਰ ਰਿਹਾ ਹੈ, ਪਰ ਕਹਿ ਕੇ ਸੁਣ ਕੇ ਵੀ ਉਸ ਬੰਦੇ ਤੋਂ ਨਸ਼ਾ ਨਹੀਂ ਛੁੱਟਦਾ। ਦੂਸਰੀ ਉਦਾਹਰਨ ਲਈ ਇੱਕ ਜੁਆਰੀ ਦੀ, ਜੁਆਰੀ ਜੂਆ ਖੇਡਦਿਆਂ ਪਤਾ ਨਹੀਂ ਕਿੰਨੀ ਵਾਰ ਨੁਕਸਾਨ ਕਰਾ ਲਵੇ, ਪਰ ਇਸ ਤਰ੍ਹਾਂ ਕਰਾ ਕੇ ਵੀ ਜੁਆਰੀ ਤੋਂ ਜੂਆ ਨਹੀਂ ਛੁੱਟਦਾ। ਫਿਰ ਤੀਸਰੀ ਉਦਾਹਰਨ ਲਈ ਚੋਰ ਦੀ, ਚੋਰ ਚੋਰੀ ਕਰਨ ਜਾਂਦਾ ਤੇ ਉਹਨੂੰ ਪਤਾ ਹੈ ਵੀ ਮੈਂ ਚੋਰੀ ਕਰਨ ਗਿਆ ਤੇ ਫੜਿਆ ਜਾ ਸਕਦਾ ਹੈ, ਅੰਦਰੋਂ ਡਰਦਾ ਰਹਿੰਦਾ ਹੈ, ਪਰ ਉਹ ਚੋਰ ਵੀ ਓਨੀ ਦੇਰ ਤੱਕ ਚੋਰੀ ਕਰਨੋਂ ਨਹੀਂ ਛੱਡਦਾ ਜਿੰਨੀ ਦੇਰ ਤੱਕ ਕੋਈ ਸਿਰ ਫੋੜ ਕੇ ਉਹਨੂੰ ਮਾਰ ਨਾ ਦਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਇੱਕ ਨਸ਼ਈ ਬੰਦੇ ਨੂੰ ਪਤਾ ਹੈ ਵੀ ਨਸ਼ਾ ਮਾੜਾ ਹੈ, ਪਰ ਫਿਰ ਵੀ ਉਹਦੇ ਤੋਂ ਨਸ਼ਾ ਛੁੱਟਦਾ ਨਹੀਂ। ਜੁਆਰੀ ਕਿੰਨੀ ਵਾਰ ਜੂਏ ਤੋਂ ਬਹੁਤ ਨੁਕਸਾਨ ਕਰਾ ਬੈਠਾ ਹੈ, ਪਰ ਫਿਰ ਵੀ ਉਹਦੇ ਤੋਂ ਜੂਆ ਛੁੱਟਦਾ ਨਹੀਂ। ਚੋਰ ਚੋਰੀ ਕਰਦਿਆਂ ਡਰਦਾ ਵੀ ਹੈ, ਪਰ ਫਿਰ ਵੀ ਉਹਦੇ ਤੋਂ ਚੋਰੀ ਛੁੱਟਦੀ ਨਹੀਂ। ਮਾਇਆ ਵੀ ਬੰਦੇ ਨੂੰ ਪਤਾ ਹੈ ਵੀ ਮਾਇਆ ਬਹੁਤ ਮਾੜੀ ਚੀਜ਼ ਹੈ, ਰੱਬ ਨੂੰ ਚੇਤੇ ਕਰਨਾ ਚਾਹੀਦਾ ਹੈ, ਪਰ ਸੁਣ ਕੇ ਸਮਝ ਕੇ ਬੋਲ ਕੇ ਵੀ ਬੰਦੇ ਤੋਂ ਮਾਇਆ ਨਹੀਂ ਜਿੱਤੀ ਜਾਂਦੀ। ਇਹ ਮਾਇਆ ਪੂਰੀ ਦੁਨੀਆ ਨੂੰ ਜਿੱਤੀ ਫਿਰਦੀ ਹੈ, ਬੰਦੇ ਤੋਂ ਮਾਇਆ ਨਹੀਂ ਜਿੱਤੀ ਜਾਂਦੀ। ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੇ ਪੋਸਤੀ ਸੁਣਤ ਕਹਿਤ ਪੋਸਤ ਬੁਰੋ, ਤਾਕੇ ਬਸ ਭਇਓ ਛਾਡਿਓ ਚਾਹੇ ਪੈਣਾ ਛੂਟਈ। ਜੈਸੇ जुआ खेल बित हार बिलखे जुआरी, तौ पे जुआरन की संगत ना टूटई। जैसे चोर चोरी जात हृदय सहकत पुन, तजत ना चोरी जौलो सीस ही ना फूटई। तैसे सबे कहत सुनत माया दुखदाई, काहू पै ना जीती परे माया जग लूटई। सारे कहंदे ने सुन भी लैंदे ने माया बड़ी दुखदाई है, पर किसे तो जित्ती नहीं जाती। ऐनस मगन रहे माया में, आए दिन माया च गलतान रहिंदे ने। फिर हल की है, किवें बचिया जावे? ते सतगुरु जी फिर हल दसदियां कहिंदे ने, क्योंकि ये ना सोचियो भी सतगुरु ने बस यही दसिया भी बंदे माया च गलतान है, माया च गलतान है। सतगुरु जी ने हल भी दसिया। सतगुरु जी ने बचन किया, माया भयंगम सर्प है, जग घेरिया बिख माए, बिख का मारन हरनाम है। सतगुरु जी कहते ये तो मान लिया माया सप है, बहुत वड्डा सप है, ते ये पूरे जगत नूं खा भी रहा। एक पासे तो एक थां ते तां ये भी कह दिता कि ये बिन दंतां जग खाए, बिना दंदां तो ही खा रहा। ये माया इन्ना वड्डा सप कि इहदे जहर नाल पूरी दुनिया ग्रसी पई है, ते महाराज फिर इस माया दे जहर तो बचीए किवें? ते सतगुरु जी जवाब दिंदे ने, बिख का मारन हर नाम है, गुर गरुड़ शब्द मुख पाए, अपनी रसना ते गुरु दा शब्द वसाल है। जिवें गारड़ू मंत्र ये क्या जाता हुण सच कि झूठ ये रब जाने, पर उदाहरण लैके समझना बस आपां। जिवें ये क्या जाता है कि सप दे जहर दा असर गारड़ू मंत्र खत्म कर दिंदा है। महाराज कहंदे गारड़ू मंत्र सप दा जहर दा असर खत्म करे ना करे ये नहीं पता, पर इन्ना जरूर पता है कि गुरु दा शब्द जिहदी रसना ते वस गया, जिहदे चित्त विच वस गया, फिर वो माया दे असर नूं जरूर खत्म कर दिंदा है। बिख का मारन हर नाम है, गुर गरुड़ शब्द मुख पाए। तू अपनी रसना ते अपने मन दे विच अपने मुख ते गुरु दा शब्द वसा लै, फिर देखी किवें तू इस माया नूं जितदा। सतगुरु जी ने पदार्थां तो भजाया नहीं, महाराज ने उन्हां पदार्थां च रह के माया नूं जितना सिखा दिता। हुण तुसीं देखो, हुण एक एक गल समझ लो, सुखमनी साहिब दे विच ना महाराज ने माया नूं जितण दा एक बड़ा सोहना ढंग दस्सिया। तुसीं देखो, आम तौर ते बंदा कोठियां कारां विच रहिंदा होवे ते ओ कोठियां कारां चेते ने ते माया बन गई। पर महाराज कहंदे तू ये ध्यान करया कर, जदों भी कोठी विच बैठा है ना, मैं नहीं कहंदा भी तू कोठियां तो दूर भज जा, कोठियां बनाउणा नहीं, जुग जुग जी ते सोहणियां कोठियां बना, पर कोठी देख के रब ना भुलाया कर। कोठी देख के भी अंदर ये एहसास करया कर, वैगुरू ये कोठी भी तेरी बख्शिश है। जेह प्रसाद छत्ती अमृत खाहे, तिस ठाकुर को रख मन माहे। जे प्रसाद सुगंधित तन लावे, तिसको सिमरत परमगत पावे। जे प्रसाद बसे सुख मंदर, तिसे ध्याए सदा मन अंदर। महाराज कहंदे जे तेरे सामने 36 प्रकार दे भोजन ने, मैं नहीं कहंदा भी तू भोजन छकना छक, पर यह ध्यान करया कर वैगुरू ये भी तेरी कृपा है। हुण देखो, भोजन तो भजना लई नहीं क्या, भगौड़े नहीं बनाया। महाराज कहते भोजन सामने है तो कोई गल नहीं, बस भोजन देख के भी अंदर एहसास करया कर वैगुरू ये भी तेरी कृपा है।
ਭੋਜਨ ਨੂੰ ਉਹਦੀ ਕਿਰਪਾ ਸਮਝ ਤੇ ਭੋਜਨ ਮਾਇਆ ਨਹੀਂ ਰਹੇਗੀ। ਇਸ ਮਕਾਨਾਂ ਤੇ ਕੋਠੀਆਂ ਨੂੰ ਪਰਮਾਤਮਾ ਦੀ ਕਿਰਪਾ ਸਮਝ, ਫਿਰ ਕੋਠੀਆਂ ਤੇ ਪਦਾਰਥ ਮਾਇਆ ਨਹੀਂ ਰਹਿਣਗੇ। ਹੁਣ ਇਹਨਾਂ ਨੂੰ ਕੱਲੋ ਜ਼ਬਾਨ ਤੋਂ ਨਹੀਂ ਕਹਿਣਾ। ਕਈ ਵਾਰੀ ਬੰਦਾ ਜ਼ਬਾਨ ਤੋਂ ਤਾਂ ਕਹਿ ਹੀ ਦਿੰਦਾ ਹੈ ਜੀ ਰੱਬ ਦੀ ਕਿਰਪਾ ਹੈ, ਨਹੀਂ, ਕੱਲੀ ਜ਼ਬਾਨ ਕਰਕੇ ਨਹੀਂ, ਅੰਦਰੋਂ ਇਹ ਅਹਿਸਾਸ ਕਰਕੇ ਬੋਲ ਵਾਹਿਗੁਰੂ ਇਹ ਮਕਾਨ ਤੇਰੀ ਬਖਸ਼ਿਸ਼ ਨੇ। ਹੁਣ ਦੇਖੋ ਇਹ ਪਦਾਰਥ ਵੀ ਮਾਇਆ ਨਹੀਂ ਰਹੇ, ਉਹ ਵੀ ਬਖਸ਼ਿਸ਼ ਬਣ ਗਏ। ਮਹਾਰਾਜ ਕਹਿੰਦੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾकुर को रख मन माहे। जे प्रसाद सुगंधित तन लाभे तिसको सिमरत परमगत पावे। जे प्रसाद बसे सुख मंदर तिसे ध्याए सदा मन अंदर। जे प्रसाद ग्रह संग सुख बसना आठ पहर सिमरो तिस रसना। जे प्रसाद रंग रस भोग नानक सदा ध्याईए ध्यावन जोग। जिंदगी दे विच जो भी कुछ तेनू हासिल है बस उहनूं रब दी किरपा समझ लै, फिर वो पदार्थ भी तेरे वास्ते माया नहीं रहणगे। ते ये ढंग है माया नूं जितण दा। पर बहुती वार बंदे नूं ये गल समझ नहीं लगदी। महाराज कहंदे ज़्यादातर इंसान जिहड़े ने वो माया नूं जितदे नहीं, परमात्मा नूं भुलाई बैठे ने। प्राणी कहो हर जस मन नहीं आवे अहनस मगन रह माया में। कहो कैसे गुण गावे। इस मनुख नूं परमात्मा दी सिफत चेते नहीं आउंदी ते चेते आवे भी किवें, माया विच जो गुलतान रहिंदा है। माया विच गलतान होए बंदे नूं परमात्मा दे गुण किवें चेते आउण। तो ये जिहड़ा केंद्री भाव सी, आओ हुण पूरे शब्द दे अखरी अर्थां दी विचार करदे हां। जिन्ने भी आपां जुड़ बैठे हां आओ अपनी रसना तो उचारण करिए जी। सतनाम श्री वाहिगुरु साहिब जी। सतनाम श्री वाहिगुरु साहिब जीओ। गौड़ी महला नावा। गौड़ी राग दे अंदर सतगुरु गुरु तेग बहादुर महाराज जी रहमत करके फरमाउणा करदे हन। प्राणी को हर जस मन नहीं आवे। सतगुरु जी कहंदे ने इस मनुख नूं परमात्मा दा जस, परमात्मा दी सिफत चेते नहीं आ रहे। अहनस मगन रहे माया में कहो कैसे गुण गावे। अहनिस, अहनिस तो भाव दिन ते रात। दिन ते रात ये माया विच मगन रहिंदा है, माया विच मस्त रहिंदा है। ते माया विच मस्त होए बंदे नूं परमात्मा दे गुण किवें चेते आउणगे। रहाओ ठहराओ दे के सतगुरु जी बख्शिश करदे हन। पूत मीत माया ममता स्यों एह बिद आप बंदावे। पुत्र मित्र माया बस ਇਹੋ ਜੇ ਬੰਧਨਾਂ 'ਚ ਇਹ ਬੰਧਿਆ ਹੋਇਆ ਹੈ। ਇਹਨੂੰ ਪਰਿਵਾਰ ਤੋਂ ਇਲਾਵਾ ਮਿੱਤਰਾਂ ਪੁੱਤਰਾਂ ਧੀਆਂ ਪਦਾਰਥਾਂ ਤੋਂ ਇਲਾਵਾ ਹੋਰ ਕੁਝ ਚੇਤੇ ਨਹੀਂ। ਮਹਾਰਾਜ ਕਹਿੰਦੇ ਨੇ ਪੂਤ ਮੀਤ ਮਾਇਆ ਮਮਤਾ ਸਿਓ ਇਹ ਬਿਦ ਆਪ ਬੰਧਾਵੈ। ਬਸ ਇਹਨਾਂ ਬੰਧਨਾਂ ਦੇ ਵਿੱਚ ਇਹ ਬੰਨਿਆ ਹੋਇਆ ਹੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠਤਾਵੈ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਮਿਰਗ ਭਾਵ ਹਿਰਨ ਦਾ ਛਲਾਵਾ ਝੂਠਾ ਹੁੰਦਾ ਹੈ ਨਾ ਜੀ, ਉਵੇਂ ਇਹ ਜਗਤ ਵੀ ਝੂਠਾ ਹੈ। ਹਿਰਨ ਦਾ ਛਲਾਵਾ ਕੀ ਹੁੰਦਾ ਹੈ ਜੀ? ਅਸਲ ਦੇ ਵਿੱਚ ਕੀ ਹੁੰਦਾ ਹੈ ਵੀ ਜਦੋਂ ਪੂਰੀ ਧੁੱਪ ਚੜੀ ਹੋਵੇ ਤੇ ਰੇਤਲਾ ਥਾਂ ਹੋਵੇ, ਹਿਰਨ ਨੂੰ ਲੱਗੀ ਹੋਵੇ ਪਿਆਸ, ਇਹ ਹੁਣ ਪਾਣੀ ਲੱਭ ਰਿਹਾ ਤੇ ਉਧਰੋਂ ਰੇਤਾ ਜਿਹੜੀ ਆ ਧੁੱਪ ਕਰਕੇ ਚਮਕ ਰਹੀ ਹੁੰਦੀ ਹੈ ਤੇ ਉਹ ਚਮਕਦੀ ਰੇਤਾ ਫਿਰ ਹਿਰਨ ਨੂੰ ਪਾਣੀ ਲੱਗਦੀ ਹੈ ਤੇ ਉਹ ਚਮਕਦੀ ਰੇਤਾ ਵੱਲ ਦੌੜਦਾ ਹੈ। ਹੁਣ ਉਹ ਹੈ ਤਾਂ ਚਮਕਦੀ ਰੇਤਾ, ਪਾਣੀ ਤਾਂ ਹੁੰਦਾ ਨਹੀਂ। ਜਿਵੇਂ ਜਿਵੇਂ ਉਹ ਹਿਰਨ ਅੱਗੇ ਜਾਂਦਾ ਹੈ ਉਹ ਚਮਕਦੀ ਜਿਹੜੀ ਸ਼ੈ ਹੈ ਉਹ ਵੀ ਅੱਗੇ ਤੁਰਦੀ ਜਾਂਦੀ ਹੈ ਤੇ ਇਹ ਇਸ ਤਰ੍ਹਾਂ ਹੀ ਮਰ ਜਾਂਦਾ ਹੈ। ਮਹਾਰਾਜ ਕਹਿੰਦੇ ਜਿਵੇਂ ਹਿਰਨ ਦਾ ਛਲਾਵਾ ਝੂਠਾ ਹੁੰਦਾ ਹੈ, ਉਹਦੇ 'ਚ ਕੋਈ ਸਚਾਈ ਨਹੀਂ, ਇਸੇ ਤਰ੍ਹਾਂ ਇਹ ਜਗਤ ਵੀ ਝੂਠ ਹੈ, ਇਹਨੇ ਬਿਨਸ ਜਾਣਾ ਹੈ। ਪਰ ਫਿਰ ਵੀ ਬੰਦਾ ਬਸ ਉਹਦੇ ਵੱਲ ਹੀ ਦੌੜਦਾ ਜਿਹਨੇ ਬਿਨਸ ਜਾਣਾ ਹੈ। ਜਿਹੜਾ ਬਿਨਸਣ ਤੋਂ ਰਹਿਤ ਹੈ ਉਹਨੂੰ ਚੇਤੇ ਨਹੀਂ ਕਰਦਾ, ਜਿਹਨੇ ਬਿਨਸ ਜਾਣਾ ਹੈ, ਜਿਹੜੀ ਚੀਜ਼ ਝੂਠ ਹੈ ਬਸ ਉਹਦੇ ਵੱਲ ਇਹ ਇਨਸਾਨ ਦੌੜਦਾ ਰਹਿੰਦਾ ਹੈ। ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੇ। ਜਿਹੜਾ ਪ੍ਰਮਾਤਮਾ ਸਾਡੇ ਦੁਨੀਆ ਦੇ ਸੁੱਖਾਂ ਦਾ ਕਾਰਨ ਹੈ, ਜਿਹੜਾ ਪ੍ਰਮਾਤਮਾ ਸਾਨੂੰ ਵਕਾਰਾਂ ਤੋਂ ਬਚਾਉਣ ਵਾਲਾ, ਸਾਡੀ ਮੁਕਤੀ ਦਾ ਕਾਰਨ ਹੈ, ਇਹ ਮੂੜ, ਇਹ ਮੂਰਖ ਇਨਸਾਨ ਉਸ ਪ੍ਰਮਾਤਮਾ ਨੂੰ ਭੁਲਾਈ ਬੈਠਾ ਹੈ। ਜਨ ਨਾਨਕ ਕੋਟਨ ਮੈਂ ਕੋ
ਭਜਨ ਰਾਮ ਕੋ ਪਾਵੈ। ਤੇ ਸਤਿਗੁਰੂ ਜੀ ਬਹੁਤੇ ਲੋਕ ਮਾਇਆ 'ਚ ਗਲਤਾਨ ਨੇ, ਕੋਈ ਪਰਿਵਾਰ ਚੇਤੇ ਕਰ ਰਿਹਾ, ਕੋਈ ਕੀ ਕੁਝ ਚੇਤੇ ਕਰ ਰਿਹਾ। ਕੀ ਫਿਰ ਇੱਥੇ ਕੋਈ ਵੀ ਰੱਬ ਦਾ ਜਸ ਗਾਉਣ ਵਾਲਾ ਨਹੀਂ ਹੈ? ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਵੀ ਨਹੀਂ ਹੈਗੇ ਨੇ ਰੱਬ ਦਾ ਜਸ ਗਾਉਣ ਵਾਲੇ, ਪਰ ਮਹਾਰਾਜ ਕਹਿੰਦੇ ਨੇ ਜਨ ਨਾਨਕ ਕੋਟਣ ਮੈਂ ਕਰੋੜਾਂ 'ਚੋਂ ਕੋਈ ਵਿਰਲੇ ਹੁੰਦੇ ਨੇ। ਬਹੁਤੇ ਲੋਕ ਮਾਇਆ ਵਿੱਚ ਗਲਤਾਨ ਰਹਿੰਦੇ ਨੇ, ਪਰ ਕਰੋੜਾਂ 'ਚੋਂ ਕੋਈ ਵਿਰਲੇ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜੇ ਨੇ। ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਜਿਵੇਂ ਫੁੱਲ ਬੂਟੇ ਝਾੜੀਆਂ ਤਾਂ ਬਹੁਤ ਹੁੰਦੇ ਨੇ, ਪਰ ਚੰਦਨ ਦਾ ਬੂਟਾ ਵਿਰਲਾ ਹੀ ਲੱਭਦਾ ਹੈ। ਪੱਥਰ ਤਾਂ ਬਹੁਤ ਹੁੰਦੇ ਨੇ, ਪਰ ਪਾਰਸ ਦਾ ਪੱਥਰ ਵਿਰਲਾ ਹੀ ਹੁੰਦਾ ਹੈ। ਪਰਮਾਤਮਾ ਨੂੰ ਭੁਲਾਉਣ ਵਾਲੇ ਮਨੁੱਖ ਬਹੁਤ ਨੇ, ਪਰ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਕੋਈ ਕਰੋੜਾਂ 'ਚੋਂ ਵਿਰਲੇ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਜਨ ਨਾਨਕ ਕੋਟਣ ਮੈਂ ਕਹੂ ਭਜਨ ਰਾਮ ਕੋ ਪਾਵੈ। ਕਰੋੜਾਂ 'ਚੋਂ ਕੋਈ ਵਿਰਲਾ ਹੁੰਦਾ ਹੈ ਜਿਹੜਾ ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ ਹੈ। ਇੱਥੇ ਹਰ ਵਾਰ, ਹਰ ਸ਼ਹਿਰ, ਹਰ ਕਸਬੇ ਦੇ ਵਿੱਚ ਭਗਤ ਕਬੀਰ ਜੀ ਵਰਗੇ ਨਹੀਂ ਲੱਭਣੇ। ਭਗਤ ਕਬੀਰ ਜੀ ਵਰਗੇ, ਭਗਤ ਨਾਮਦੇਵ ਜੀ ਵਰਗੇ, ਸਤਿਗੁਰਾਂ ਦੇ ਜੀਵਨ ਵਰਗੇ, ਭਾਈ ਭਖਾਰੀ ਵਰਗੇ, ਬਾਬਾ ਦੀਪ ਸਿੰਘ ਵਰਗੇ, ਐਸੇ ਗੁਰਸਿੱਖਾਂ ਵਰਗੇ ਕੋਈ ਵਿਰਲੇ ਹੀ ਹੁੰਦੇ ਨੇ। ਤਾਂ ਸਤਿਗੁਰੂ ਜੀ ਰਹਿਮਤ ਕਰਨ, ਅਸੀਂ ਵੀ ਇਸ ਮਾਇਆ ਤੋਂ ਬਚ ਕੇ ਪਰਮਾਤਮਾ ਦੀ ਸਿਫਤ ਕਰੀਏ ਤਾਂ ਕਿ ਅਸੀਂ ਵੀ ਉਹਨਾਂ ਕਰੋੜਾਂ 'ਚੋਂ ਇੱਕ ਦੇ ਵਿੱਚ ਆ ਸਕੀਏ। ਸਤਿਗੁਰੂ ਰਹਿਮਤ ਕਰਨ, ਅਸੀਂ ਮਾਇਆ ਵਿੱਚ ਗਲਤਾਨ ਨਾ ਰਹੀਏ। ਸਤਿਗੁਰੂ ਜੀ ਤੁਸੀਂ ਕਿਰਪਾ ਕਰਿਓ, ਸਾਡੇ ਤੋਂ ਤਾਂ ਮਾਇਆ ਤੋਂ ਬਚਿਆ ਨਹੀਂ ਜਾਣਾ। ਤੁਸੀਂ ਆਪ ਹੀ ਬੰਦਗੀ ਦਾ ਚਾਉ ਬਖਸ਼ ਕੇ ਇਸ ਮਾਇਆ ਤੋਂ ਬਚਾ ਲੈਣਾ ਜੀ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।